सतनाम वाहिगुरु साहिब जियो। बिलावल महला पंजवा। कीता लोड़ है सो करें, तुझ बिन कछ नाहे। प्रताप तुम्हारा देख के जमदूत छड़ जाए। कीता लोड़ है सो करें, तुझ बिन कछ नाहे। प्रताप तुम्हारा देख के जमदूत छड़ जाहे। तुमरी कृपा ते छूटी है, बिनसै अहमेव। सर्ब कला समर्थ प्रभ पूरे गुरुदेव रहाओ। खोजत खोजत खोजिया, ना मैं बिन कूर। जीवन सुख सब साध संग, प्रभ मनसा पूर। जित जित लाओ तित तित लगै, सियानप सब जाली। जत कत तुम भरपूर हो, मेरे दीन दयाली। सब किछ तुम ते वांगना, वड भागी पाए। नानक की अरदास प्रभ, जीवा गुण गाए। सब किछ तुम ते मांगना, वड भागी पाए। नानक की अरदास प्रभ, जीवा गुण गाए। वाहिगुरु जी का खालसा, वाहिगुरु जी की फतेह। जुगो जुग अटल तन तन गुरु ग्रंथ साहिब जी, गुरु पातशाह जी दी अपार बख्शिश। संध्या समय संगत दे इस समय ਨੂੰ ਅਸੀਂ ਪ੍ਰਾਪਤ ਕੀਤਾ, ਇਹਨਾਂ ਪਲਾਂ ਨੂੰ ਅਸੀਂ ਮਾਣ ਰਹੇ ਹਾਂ। ਵਡਭਾਗੀਆਂ ਗੁਰਬਾਣੀ ਕੀਰਤਨ ਜਿਉਣਿਆ ਸਰਵਨ ਕਰ ਰਹੇ ਸੀ। ਹੁਣ ਸਮਾਂ ਬਣਿਆ ਗੁਰੂ ਸ਼ਬਦ ਵਿਆਖਿਆ ਨਾਲ ਸਾਂਝ ਪਾਈਏ। ਜਿਸ ਗੋਚਰੇ ਰਾਗ ਬਿਲਾਵਲ ਅਸੀਂ ਵਿਚਾਰ ਰਹੇ ਹਾਂ। ਮਹੱਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਨਾਨਕ ਜੋਤ ਦੇ ਪੰਜਵੇਂ ਜਾਨਸ਼ੀਨ ਇਹਨਾਂ ਬਚਨਾਂ ਨੂੰ ਉਚਾਰ ਰਹੇ ਨੇ। ਬਚਨ ਦੀ ਵਿਆਖਿਆ ਰਹਾਉ ਦੇ ਪਦੇ ਤੋਂ ਪ੍ਰਾਰੰਭ ਕਰ ਰਹੇ ਹਾਂ। ਸਭ ਜ਼ਿਕਰ ਕਰਦੇ ਨੇ ਤੁਮਰੀ ਕਿਰਪਾ ਤੇ ਛੂਟੀ ਹੈ, ਬਿਨਸੈ ਅਹਮੇਵ। ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਉ। ਤੁਮਰੀ ਕਿਰਪਾ ਤੇ ਛੂਟੀ ਹੈ। ਤੁਮਰੀ ਇੱਕ ਪ੍ਰੋਨਾਊਨ ਦੇ ਤੌਰ 'ਤੇ ਐਡਰੈਸ ਕੀਤਾ ਜਾ ਰਿਹਾ ਹੈ, ਪੜਨਾਮ ਹੈ। ਅਤੇ ਤੁਮਰੀ ਉਸ ਹਸਤੀ ਦੀ ਜੋ ਹਸਤੀ ਕਾਇਮ ਦਾਇਮ ਹੈ, ਮੌਜੂਦ ਆ, ਬਟ ਸਮਹਾਓ ਅਸੀਂ ਉਹਦੇ ਬਾਬਤ ਸੁਰਤਿਆਬ ਨਹੀਂ ਹੈਗੇ। ਉਸ ਨੂੰ ਅਸੀਂ ਰੱਬ ਕਹਿ ਸਕਦੇ ਹਾਂ, ਉਸ ਨੂੰ ਅਸੀਂ ਵਾਹਿਗੁਰੂ ਕਹਿ ਸਕਦੇ ਹਾਂ, ਅਕਾਲ ਪੁਰਖ ਕਹਿ ਸਕਦੇ ਹਾਂ, ਅਲਟੀਮੇਟ ਰਿਐਲਿਟੀ ਕਹਿ ਸਕਦੇ ਹਾਂ, ਅਸੀਂ ਉਸ ਨੂੰ ਐਗਜ਼ਿਸਟੈਂਸ ਕਹਿ ਸਕਦੇ ਹਾਂ, ਕਿਸੇ ਤਰ੍ਹਾਂ ਦਾ ਵੀ ਅਸੀਂ ਨਾਮ ਕਿਸੇ ਰੂਪ ਵਿੱਚ। ਪਰ ਤੁਮਰੀ ਕਿਰਪਾ, ਉਹਦੀ ਬਖਸ਼ਿਸ਼, ਉਹਦੀ ਨਵਾਜ਼ਿਸ਼। ਕਿਆ ਤੁਮਰੀ ਕਿਰਪਾ ਤੇ ਛੂਟੀ ਹੈ। ਤੁਝ ਹਸਤੀ ਦੀ, ਤੁਝ ਸ਼ਕਤੀ ਦੀ, ਤੁਝ ਹੋਂਦ ਵਾਲੇ ਦੀ ਕਿਰਪਾ ਦੇ ਨਾਲ ਛੁਟਕਾਰਾ ਹੋਏ ਜਾਂ ਛੁਟਕਾਰਾ ਹੋਇਆ। ਬਿਨਸੈ ਅਹਮੇਵ, ਤੇ ਛੁਟਕਾਰਾ ਕਿਸ ਚੀਜ਼ ਤੋਂ? ਅਹਮੇਵ। ਬਾਣੀ 'ਚ ਇਹਦਾ ਬੜੀ ਵਾਰ ਦੁਹਰਾਓ ਹੈ। ਸਾਨੂੰ ਮਨੁੱਖਾਂ ਨੂੰ ਬਹੁਤ ਸਾਰੀਆਂ ਕਮਜ਼ੋਰੀਆਂ ਚੰਬੜੀਆਂ ਨੇ,
ਜਿਨ੍ਹਾਂ ਤੋਂ ਸਾਡਾ ਛੁਟਕਾਰਾ ਚਾਹੀਦਾ ਹੈ। ਮੈਂ ਤਾਂ ਬਹੁਤ ਸਿੰਪਲ ਕਰਕੇ ਜਿਸ ਨੂੰ ਬਿਆਨ ਕਰਾਂ ਤਾਂ ਇਹ ਹੈ ਕਿ ਸਭ ਤੋਂ ਵੱਡਾ ਛੁਟਕਾਰਾ ਤੇ ਸਾਨੂੰ ਚਾਹੀਦਾ ਸਾਡੇ ਆਲਸ ਤੋਂ। ਬੰਦਾ ਬਹੁਤ ਕੁਝ ਹੋ ਸਕਦਾ ਹੈ, ਬਣ ਸਕਦਾ ਹੈ, ਕਰ ਸਕਦਾ ਹੈ, ਬੜੇ ਸੋਹਣੇ ਢੰਗ ਨਾਲ ਕਾਇਨਾਤ ਵਿੱਚ ਕੰਟਰੀਬਿਊਟ ਕਰ ਸਕਦਾ ਹੈ, ਬਟ ਸਮਹਾਓ ਇੱਕ ਆਲਸ, ਇੱਕ ਜਿਹੜਾ ਲੇਜ਼ੀ ਬਿਹੇਵੀਅਰ ਆ, ਇਹੀ ਸਭ ਤੋਂ ਵੱਡਾ ਹਰਡਲ ਆ। ਇਹਦੇ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਫਿਰ ਇਹ ਵੀ ਹੋਏ ਕਿ ਬੰਦਾ ਸੋਚੇ ਚਲੋ ਆਪਾਂ ਕਿਸੇ ਨੂੰ ਗਿਆਨ ਦੇ ਦਿੰਦੇ ਹਾਂ, ਕੋਈ ਗਿਆਨ ਦੀਆਂ ਕਿਤਾਬਾਂ ਪੜ੍ਹ ਲਏਗਾ, ਕੁਛ ਕਰ ਲਏਗਾ। There are so many motivational things we witness in this world. People read books, people attend different kind of courses, people attend seminars, people try to boost their confidence by just watching few stuff, but still most of the time they complain by still stuck. ਇਹਦੇ 'ਚ ਸਭ ਤੋਂ ਵੱਡੀ ਚੀਜ਼ ਕਿਹੜੀ ਹੈ? ਇੱਛਾ ਸ਼ਕਤੀ, ਕੁਝ ਕਰਨ ਦੀ ਸਮਰੱਥਾ, ਵਿਲ ਪਾਵਰ, ਉਹੀ ਨਹੀਂ ਹੈ। ਸੋ ਕਿੱਥੋਂ ਆਵੇ? ਮੈਂ ਕਈ ਵਾਰੀ ਨਿਊਰੋ ਸਾਇੰਸਿਸ ਦੇ ਉਸ ਚੀਜ਼ ਨੂੰ ਦੇਖਦਾ ਹਾਂ ਜਿਹਦੇ 'ਚ ਉਹ ਬਿਆਨ ਕਰਦੇ ਸਾਡੇ ਬ੍ਰੇਨ ਅਤੇ ਬ੍ਰੇਨ ਰਿਲੇਟਡ ਸਾਡੀਆਂ ਜਿਹੜੀਆਂ ਨਿਊਰੋ ਟਰਾਂਸਮੀਟਰਸ ਦੀਆਂ ਐਕਟੀਵਿਟੀਜ਼ ਨੇ, ਉਹ 'ਚ ਬਿਆਨ ਕਰਦੇ ਕਿ ਸਾਡੇ ਜੇ ਨਿਊਰੋਨਸ ਨੂੰ ਕੈਟੇਗਰਾਈਜ਼ ਕੀਤਾ ਜਾਏ ਤਾਂ there are two main categories. One is receptors and one are actually producers. ਕੁਝ ਐਨਰਜੀ ਪ੍ਰੋਡਿਊਸ ਕਰ ਰਹੇ ਨੇ, ਕੁਝ ਰਿਸੀਵ ਕਰ ਰਹੇ ਨੇ। ਉਹਨਾਂ ਦੋਨਾਂ ਦਾ ਆਪਸ ਵਿੱਚ ਕਮਿਊਨੀਕੇਸ਼ਨ ਹੈ। ਅਤੇ ਇੱਕ ਜਿਵੇਂ ਇਲੈਕਟ੍ਰੀਕਲ ਕਮਿਊਨੀਕੇਸ਼ਨ ਹੁੰਦਾ ਆ ਵਾਇਰ ਅਤੇ ਡਿਵਾਈਸ ਦੇ ਵਿੱਚ, ਇਸ ਰੂਪ ਦੇ ਵਿੱਚ ਆ। ਵਾਇਰ ਦੇ ਅੰਦਰ ਜੇ ਇਲੈਕਟ੍ਰੀਸਿਟੀ ਹੈ ਵੀ ਹੈ ਅਤੇ ਜੇ ਉਹ ਡਿਵਾਈਸ ਉਸ ਨੂੰ ਰਿਸੀਵ ਨਹੀਂ ਕਰ ਪਾਉਂਦਾ, ਉਹ ਰਿਸੈਪਟਰ ਉਹਦੇ ਨਾਲ ਨਹੀਂ ਲੱਗਾ ਉਸ ਤਰੀਕੇ ਦੇ ਨਾਲ, ਅਤੇ ਉਹ ਬਿਨਾਂ ਸ਼ੱਕ ਐਨਰਜੀ ਹੈ, ਉਹ ਕਨਵਰਟ ਨਹੀਂ ਹੋਏਗੀ ਨੈਕਸਟ ਸਟੈਪ ਦੇ ਵਿੱਚ। ਉਹ ਕੋਈ ਵੀ ਸਟੈਪ ਹੋ ਸਕਦਾ, ਉਹਨੂੰ ਕਨਵਰਟ ਕਰਨਾ ਮੋਸ਼ਨ ਐਨਰਜੀ ਦੇ ਵਿੱਚ, ਜਾਂ ਜਿਵੇਂ ਐਂਪਲੀਫਾਈ ਕਰਨਾ ਸਾਊਂਡ ਨੂੰ। ਇੱਥੇ ਅਸੀਂ ਉਸ ਨੂੰ ਜਿਹੜਾ ਹੈਗਾ ਸਾਊਂਡ ਨੂੰ ਐਂਪਲੀਫਾਈ ਕਰਨ ਵਾਲੇ ਉਸ ਇਕਵਿਪਮੈਂਟ ਦੇ ਅੰਦਰ ਕਨਵਰਟ ਕਰਨਾ ਆ। ਜਿੰਨੀ ਦੇਰ ਤੱਕ ਉਸ ਨੂੰ ਰਿਸੀਵ ਨਹੀਂ ਕਰੇਗਾ, ਰਿਸੀਵ ਕਰਕੇ ਉਸ ਨੂੰ ਜਿਸ ਚੀਜ਼ 'ਚ ਕਨਵਰਜਨ ਉਹਦੀ ਹੋਣੀ ਹੈ, ਕਨਵਰਟ ਕਰਨਾ, ਉਹ 'ਚ ਪ੍ਰੋਸੈਸ ਨਹੀਂ ਕਰੇਗਾ, ਉਹ ਚੀਜ਼ ਨਹੀਂ ਹੋਏਗੀ। ਸਾਡੇ ਬ੍ਰੇਨ ਦੇ ਅਤੇ ਖਾਸ ਕਰਕੇ ਬ੍ਰੇਨ ਦੇ ਜਿਹੜੇ ਨਿਊਰੋ ਟਰਾਂਸਮੀਟਰਸ ਨੇ, ਉਹਨਾਂ 'ਚ ਬਾਤ ਕੀਤੀ ਜਾਂਦੀ ਹੈ ਕਿ ਕੁਝ ਨਿਊਰੋ ਜਿਹੜੇ ਟਰਾਂਸਮੀਟਰਸ ਨੇ ਉਹ ਰਿਸੈਪਟਰ ਦੀ ਤਰ੍ਹਾਂ ਕੰਮ ਕਰਦੇ ਨੇ, ਬਟ ਮੁਸ਼ਕਿਲ ਕਈ ਵਾਰੀ ਹੁੰਦੀ, ਕੋਈ ਮੈਸੇਜ ਰਿਸੀਵ ਕਰ ਲੈਂਦੇ, ਕੋਈ ਨਹੀਂ ਕਰਦੇ। ਉਹਨਾਂ ਦਾ ਇੱਕ ਆਪਣੇ ਤੌਰ 'ਤੇ ਹੀ ਤਰੀਕੇਕਾਰਤਾ ਆ। ਅਤੇ ਫਿਰ ਇਹ ਵੀ ਕਿਹਾ ਗਿਆ ਕਿ ਕੋਈ ਬੰਦੇ ਕੋਲ ਇਹੋ ਜਿਹੀ ਚੀਜ਼ ਹੋਏ, ਜਿਵੇਂ ਸਪੋਜ਼ ਕਰੋ ਬਹੁਤ ਸਾਰੀਆਂ ਐਸੀਆਂ ਲੋਕੀ ਰੈਮਡੀਜ਼ ਦੀ ਗੱਲ ਕਰਦੇ ਨੇ, ਦਵਾਈਆਂ ਦੀ ਗੱਲ ਕਰਦੇ ਨੇ, ਕੈਮੀਕਲਸ ਦੀ ਗੱਲ ਕਰਦੇ ਨੇ, ਜਿਹਦੇ ਨਾਲ ਬੰਦੇ ਦੀ ਜਿਹੜੀ ਫੋਕਸ ਐਬਿਲਿਟੀ ਹੈਗੀ ਉਹ ਵਧਾ ਦਿੱਤੀ ਜਾਏ, ਉਸ ਨੂੰ ਉਹਦੀ ਕੰਸਨਟ੍ਰੇਸ਼ਨ ਵਧਾ ਦਿੱਤੀ ਜਾਏ। ਇਹ ਸਭ ਚੀਜ਼ਾਂ ਮੈਡੀਕਲ ਸਾਇੰਸਿਸ ਵਿੱਚ ਹੋਰ ਜਗ੍ਹਾ 'ਤੇ ਉਹ ਕਹਿੰਦੇ ਬਹੁਤੀਆਂ ਕਾਰਗਰ ਨਹੀਂ ਹੁੰਦੀਆਂ। ਉਹਦਾ ਕਾਰਨ ਇਹ ਹੈ ਕਿਉਂਕਿ ਜਿਹੜੇ ਰਿਸੈਪਟਰਸ ਨੇ ਉਹਨਾਂ ਦਾ ਕੰਮ ਕਰਨ ਦਾ ਇੱਕ ਆਪਣਾ ਹੀ ਤਰੀਕਾ ਆ। ਮੈਡੀਕਲੀ ਜਾਂ ਕੈਮੀਕਲੀ ਕੋਈ ਇੰਟਰਵੈਂਸ਼ਨ ਉਹਦੇ 'ਚ ਕੰਮ ਨਹੀਂ ਕਰਦੀ। ਫਿਰ ਉਹ ਸਾਰੇ ਦੇ ਲੱਭੋ ਲਬਾਬ ਮੈਂ ਇੱਕ ਸਪਿਰਿਚੁਅਲ ਸਾਈਡ ਤੋਂ ਲੈ ਕੇ ਆਵਾਂ ਤੇ ਉਹ 'ਚ ਹੁੰਦਾ ਆ, ਹੋ ਸਕਦਾ ਅਕਾਲ ਪੁਰਖ ਵਾਹਿਗੁਰੂ ਤਰਸ ਕਰੇ, ਮਾਲਕ ਬਖਸ਼ਿਸ਼ ਕਰੇ। ਉਹ ਕਿਰਪਾ ਜਿਹੜੀ ਹੈ ਉਸ ਰਿਸੈਪਟਰ ਸਿਸਟਮ ਨੂੰ ਉਸ ਲੈਵਲ 'ਤੇ ਲੈ ਆਵੇ ਜਿੱਥੇ ਉਹ ਮੈਸੇਜ ਰਿਸੀਵ ਕਰਨਾ ਸ਼ੁਰੂ ਕਰ ਦੇ। ਉਹ ਜਿਵੇਂ ਰਿਸੀਵ ਕਰੇਗਾ, ਰਿਸੀਵ ਕਰਕੇ ਸਾਡੇ ਸਾਰੇ ਜਿਹੜੇ ਬਾਡੀ ਦੇ ਸੈਲਸ ਹੈਗੇ ਨੇ, ਇਹਨਾਂ 'ਚ ਇੱਕ ਖਾਸ ਕਿਸਮ ਦਾ ਇਲੈਕਟ੍ਰੀਕਲ ਜਿਹਨੂੰ ਕਹਿ ਲਓ ਕਿ ਮੈਸੇਜ ਉਹ ਭੇਜੇਗਾ ਅਤੇ ਸਾਡੇ ਅੰਦਰ ਇੱਕ ਐਬਿਲਿਟੀ ਹੋਏਗੀ ਕੁਝ ਕਰ ਸਕਣ ਦੀ, ਐਕਟ ਕਰ ਸਕਣ ਦੀ। ਇੱਥੋਂ ਕੁਝ ਅਮਲ ਅਮਾਲ ਆਉਂਦਾ ਬੰਦੇ ਦਾ। ਬੰਦਾ ਆਲਸੀ ਹੈ ਤਾਂ ਉਹਨੂੰ ਇਕੱਲੀਆਂ ਅਸੀਂ ਗਾਲਾਂ ਕੱਢੀ ਜਾਈਏ, ਇਕੱਲਾ ਅਸੀਂ ਉਸਨੂੰ ਕੋਸੀ ਜਾਈਏ, ਸਭ ਉਹਦਾ ਆਲਸ ਥੋੜ੍ਹਾ ਦੂਰ ਹੋ ਜਾਏਗਾ। ਹਾਂ, ਉਹਦੇ ਲਈ ਕੁਝ ਇਸ ਕਿਸਮ ਦੀ ਬਾਤ ਕੀਤੀ ਜਾਏ, ਜਿਵੇਂ ਖਾਸ ਕਰਕੇ ਅੱਜ ਅਸੀਂ ਇਸ ਨੂੰ ਥੈਰੇਪੀਜ਼ ਦੇ ਵਿੱਚ ਬਹੁਤ ਯੂਜ਼ ਦੇਖਦੇ ਹਾਂ ਅਤੇ ਬੜੀ ਯੂਜ਼ਫੁਲ ਚੀਜ਼ ਆ। ਕਿਹਾ ਜਾਂਦਾ ਅੱਛਾ ਤੂੰ ਇੱਕ ਕੰਮ ਕਰ, ਨੋ ਡਾਊਟ ਤੂੰ ਕੋਈ ਕੰਮ ਕਰਨਾ ਚਾਹੁੰਦਾ, ਸ਼ੁਰੂਆਤ ਕਰਨੀ ਚਾਹੁੰਦਾ ਹੈ, ਸਭ ਤੋਂ ਪਹਿਲਾਂ ਦੀ ਬਾਤ ਅਸੀਂ ਪ੍ਰੇਅਰ ਤੋਂ ਕਰਦੇ ਹਾਂ। ਹਾਊ ਇਜ਼ ਦੈਟ? ਹੁਣ ਪ੍ਰੇਅਰ ਇੱਕ ਕਿਸੇ ਵੀ ਉਦਮ ਦਾ, ਕਿਸੇ ਵੀ ਐਫਰਟ ਦਾ ਪਹਿਲਾ ਸਟੈਪ ਹੈ, ਬਿਗਨਿੰਗ ਹੈ।
ਇਹ ਵੀ ਕਿਹਾ ਗਿਆ ਕਿ ਪ੍ਰੇਅਰ ਦਾ ਮਤਲਬ ਹੋਰ ਕੁਝ ਨਹੀਂ ਹੁੰਦਾ, ਸੈਲਫ ਮੋਟੀਵੇਸ਼ਨ ਵੀ ਹੁੰਦਾ, ਆਪਣੇ ਆਪ ਨੂੰ ਇੱਕ ਮੋਟੀਵੇਟ ਕਰਕੇ ਉਸ ਲੈਵਲ ਤੇ ਲੈ ਕੇ ਆਉਣਾ ਤੇ ਬੜੇ ਆਪਣੇ ਮਨ ਮੰਡਲ ਦੀ ਦੁਨੀਆ 'ਚ ਉਸ ਨੂੰ ਲੈ ਜਾਣਾ। ਉਸ ਨੂੰ ਬਹੁਤ ਸਰਲ ਕਰਕੇ ਬਿਆਨ ਕਰਦਾ, ਕਿਉਂਕਿ ਬਚਨ ਜਿਹੜਾ ਆ ਰਿਹਾ ਨਾ, ਤੁਮਰੀ ਕਿਰਪਾ ਤੇ ਛੂਟੀਏ ਬਿਨਸੈ ਅਹਮੇਵ। ਇੱਥੇ ਤੇ ਮੈਂ ਇੱਕ ਛੋਟੀ ਜਿਹੀ ਆਲਸ ਦੀ ਗੱਲ ਕੀਤੀ। ਅਹਮੇਵ ਇੱਕ ਅੰਦਰ ਸਾਡੀ ਦੁਨੀਆ ਦੇ ਵਿੱਚ ਅਲਾਮਤ ਪਈ ਹੈ ਕਿ ਮੈਂ ਤੇ ਬਸ ਮੈਂ ਹੀ ਹਾਂ, ਮੈਨੂੰ ਹੀ ਪਤਾ ਹੈ, ਮੈਂ ਹੀ ਸਿਆਣਾ, ਮੈਂ ਹੀ ਕਰਨਾ ਹੈ, ਮੇਰੇ ਸਾਹਮਣੇ ਸਭ ਛੋਟੇ ਨੇ। ਇਹ ਬਿਰਤੀ ਬੰਦੇ ਨੂੰ ਕੋਈ ਵੀ ਚੀਜ਼ ਨਾ ਲਰਨ ਕਰਨ ਦਿੰਦੀ, ਨਾ ਆਪਣੀਆਂ ਕੀਤੀਆਂ ਮਿਸਟੇਕਸ ਐਕਸੈਪਟ ਕਰਨ ਦਿੰਦੀ, ਨਾ ਉਹਦੇ ਜੀਵਨ 'ਚ ਕੋਈ ਚੇਂਜ ਲੈ ਕੇ ਆਉਂਦੀ। ਆਦਤਾਨਾ ਪਰਿਪੇਖ ਤੇ ਬੰਦੇ 'ਚ ਕੋਈ ਤਬਦੀਲੀ ਹੋ ਹੀ ਨਹੀਂ ਸਕਦੀ। ਇਹ ਸਾਡਾ ਸਭ ਤੋਂ ਬੁਰਾ ਟਰੈਪ ਆ, ਜਿਹਦੇ ਅੰਦਰ ਫਸਿਆ ਹੋਇਆ ਬੰਦਾ ਕਿਸੇ ਰੂਪ ਦੇ ਵਿੱਚ ਵੀ ਕਿਸੇ ਪਾਸੇ ਨੂੰ ਖਾਸ ਕਰਕੇ ਚੰਗੇਰੇ ਪਾਸੇ ਨੂੰ ਮੂਵ ਨਹੀਂ ਕਰ ਸਕਦਾ। ਖੈਰ, ਮੈਂ ਜਿਹੜੀ ਬਾਤ ਕਰਨ ਲੱਗਾ ਸੀਗਾ, ਤੁਮਰੀ ਕਿਰਪਾ ਤੇ ਛੂਟੀਏ, ਤੇ ਛੁੱਟਣਾ ਮਤਲਬ ਜਿਵੇਂ ਬੰਧਨਾਂ ਤੋਂ ਕੱਟੇ ਜਾਣਾ, ਉਹ ਤੋਂ ਛੁਟਕਾਰਾ ਹੋ ਜਾਣਾ, ਇੱਕ ਤਰ੍ਹਾਂ ਦੀ ਸਾਡੀ ਲਿਬਰਟੀ ਸਾਨੂੰ ਮਿਲ ਜਾਣੀ, ਲਿਬਰੇਟ ਹੋ ਜਾਣਾ, ਲਿਬਰੇਸ਼ਨ ਕਿਸੇ ਲੈਵਲ ਤੇ ਜਿਹੜੀ ਹੈ ਔਰਨ ਕਰ ਲੈਣੀ। ਖੈਰ, ਐਗਜ਼ਾਮਪਲ ਦੇ ਰੂਪ ਵਿੱਚ ਬਾਤ ਕਰਨ ਲੱਗਾ ਸੀਗਾ, ਮੇਰੇ ਬੜੇ ਪਿਆਰੇ ਮਿੱਤਰ ਨੇ ਯੂਕੇ ਦੇ ਵਿੱਚ ਕਾਫੀ ਲੰਬਾ ਸਮਾਂ ਐਜ਼ ਏ ਸਿੱਖ ਚੈਪਲਨ ਹੀਥਰੋ ਏਅਰਪੋਰਟ ਤੇ ਸਰਵ ਕਰਦੇ ਰਹੇ। ਬੜੀਆਂ ਸਟੋਰੀਜ਼ ਉਹ ਬਿਆਨ ਕਰਦੇ ਜੀਵਨ ਹੈ। ਜਦੋਂ ਬੰਦਾ ਕਮਿਊਨਿਟੀ 'ਚ ਮੂਵ ਕਰਦਾ, ਬੜਾ ਕੁਝ ਲਰਨ ਕਰਦਾ, ਖਾਸ ਕਰਕੇ ਜੋ ਬੰਦਾ ਬਹੁਤ ਗੁਰੂ ਦਾ, ਰੱਬ ਦਾ ਵਿਸ਼ਵਾਸੀ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ ਬੜੀਆਂ ਮਿਰਾਕਲਸ ਹੁੰਦੀਆਂ, ਕਮਾਲ ਦੀਆਂ ਹੁੰਦੀਆਂ। ਖੈਰ, ਉਹ ਜਿਹੜੀ ਬਾਤ ਮੈਂ ਕਰਨ ਲੱਗਾ ਸੀਗਾ, ਉਹ 'ਚ ਹੋਇਆ ਇਹ ਕਿ ਉਹ ਕਹਿੰਦੇ ਕਿ ਮੈਨੂੰ ਇੱਕ ਸੋਸ਼ਲ ਵਰਕਰ ਦੀ ਕਾਲ ਆਈ ਤੇ ਹੀਥਰੋ ਏਅਰਪੋਰਟ 'ਤੇ ਕੋਈ ਮਸਲਾ ਵਗੈਰਾ ਹੁੰਦਾ ਕਿਸੇ ਤਰੀਕੇ ਨਾਲ, ਅਕਸਰ ਫੇਥ ਰਿਲੇਟਡ, ਤੇ ਉਹਨਾਂ ਦੀ ਇਨਵੋਲਵਮੈਂਟ ਹੁੰਦੀ। ਕਾਲ ਆਈ ਤੇ ਕਾਲ ਇਹ ਸੀਗੀ ਕਿ ਇੱਕ ਪੈਸੇਂਜਰ ਆ ਰਿਹਾ ਹੈ ਪੈਰਿਸ ਤੋਂ, ਜਿਹੜਾ ਲੰਡਨ, ਤੇ ਉਹਨੇ ਜਾਣਾ ਆ ਦਿੱਲੀ, ਤੇ ਉਹਦੀ ਤਬੀਅਤ ਬਹੁਤੀ ਠੀਕ ਨਹੀਂ ਹੈ, ਤੇ ਉਹਨੂੰ ਹੈਲਪ ਦੀ ਲੋੜ ਹੈ, ਤੇ ਉਹ ਪੈਸੇਂਜਰ ਸਿੱਖ ਹੈ। ਸੋ ਮੈਂ ਸੋਚਿਆ ਕਿਤੇ ਹੋਰ ਕਿਤੇ ਡਾਟ ਕਨੈਕਟ ਕਰਨ ਦੀ ਬਜਾਏ ਮੈਂ ਤੇਰੇ ਨਾਲ ਕਨੈਕਟ ਕਰਾਂ, ਤੇ ਉਹਦਾ ਬਹੁਤ ਥੋੜ੍ਹੇ ਸਮੇਂ ਲਈ ਇੱਥੇ ਸਟੇ ਹੈ, ਕੋਈ ਅਰਾਊਂਡ ਕਹਿੰਦੇ ਕਿ 10-15 ਘੰਟਿਆਂ ਲਈ, ਤੇ ਟ੍ਰਾਂਜ਼ਿਟ ਕਰਕੇ ਉਹਨੂੰ ਬਾਹਰ ਕੱਢਣਾ ਤੇ ਦੁਬਾਰਾ ਆਉਣਾ, ਤੇ ਉਹਦੀ ਕੋਈ ਤਬੀਅਤ ਬਹੁਤੀ ਠੀਕ ਨਹੀਂ ਹੈ। ਇਸ ਕਰਕੇ ਮੈਂ ਚਾਹ ਰਿਹਾ ਸੀ ਕਿ ਜੇ ਤੂੰ ਹੈਲਪ ਕਰ ਸਕੇ, ਤੇਰੀ ਕਮਿਊਨਿਟੀ ਦਾ ਬੰਦਾ ਆ, ਬੀਇੰਗ ਏ ਸੋਸ਼ਲ ਵਰਕਰ, ਸਾਡੇ ਕੋਲ ਵੀ ਰਿਸੋਰਸਿਸ ਬੜੇ ਲਿਮਿਟਿਡ ਹੁੰਦੇ ਆ। ਕਹਿੰਦੇ, ਮੈਂ ਕਿਹਾ ਜੀ ਕੋਈ ਗੱਲ ਨਹੀਂ, ਜ਼ਰੂਰ। ਮੈਂ ਏਅਰਪੋਰਟ ਚਲਾ ਗਿਆ। ਲੌਂਗ ਸਟੋਰੀ ਸ਼ਾਰਟ ਖੈਰ ਬਿਆਨ ਕਰਾਂ ਕਿ ਉਹ ਕਹਿੰਦੇ ਜਦੋਂ ਆਇਆ ਤਾਂ ਮੈਂ ਦੇਖਿਆ ਤੇ ਉਹ ਵੀਲ ਚੇਅਰ 'ਤੇ ਆ, ਐਕਚੁਅਲੀ ਯੰਗ ਬੱਚਾ ਆ। ਸਟੋਰੀ ਸੁਣੀ ਉਹਦੀ। ਸਟੋਰੀ ਇਹ ਸੀਗੀ ਕਿ ਕਾਫੀ ਪੜ੍ਹਿਆ ਲਿਖਿਆ ਆ, PhD ਦੇ ਕਿਸੇ ਕੋਰਸ ਦੇ ਵਿੱਚ ਇੱਥੇ ਆਇਆ ਸੀਗਾ ਪੈਰਿਸ ਵਿੱਚ ਪੜ੍ਹਨ ਲਈ, ਯੂਨੀਵਰਸਿਟੀ ਦੇ ਅੰਦਰ, ਤੇ ਪੜ੍ਹਾਈ ਤਾਂ ਚਲੋ ਠੀਕ ਸੀਗੀ। ਥੋੜ੍ਹੇ ਦਿਨਾਂ ਦੇ ਬਾਅਦ ਬਾਹਰ ਕੁਝ ਕੰਮ ਦਾ ਐਕਸਪੋਜ਼ਰ ਮਿਲਿਆ, ਕੰਮ ਤੇ ਕਾਫੀ ਚੰਗੀ ਲੇਬਰ ਜੋਬ ਸੀਗੀ, ਚੰਗਾ ਜਿਹੜਾ ਹੈਗਾ ਉੱਥੋਂ ਪੇ ਚੰਗੀ ਸੀਗੀ। ਮਨ ਵਿੱਚ ਲਾਲਚ ਵੱਧ ਗਿਆ, ਕੁਛ ਉਸ ਕਿਸਮ ਦੀ ਚੀਜ਼ ਹੁੰਦੀ, ਉਹ ਲਗਾਤਾਰ ਕੰਮ ਕਰੀ ਗਿਆ। ਉੱਧਰੋਂ ਪੜ੍ਹਾਈ ਵੀ ਥੋੜ੍ਹੀ ਡਿਮਾਂਡ ਕਰ ਸੀ ਉਹਦੇ 'ਚ ਟਾਈਮ ਦੀ, ਉੱਧਰੋਂ ਕੰਮ ਦੀ। ਉਹ ਕਰਦਿਆਂ ਕਦੀ ਇੰਡੀਆ 'ਚ ਲੇਬਰ ਜੋਬ ਕੀਤੀ ਨਹੀਂ ਸੀਗੀ, ਉਸ ਸਿਹਤ ਖਰਾਬ ਹੋਣ ਲੱਗੀ। ਅਖੀਰ ਹਾਲਤ ਇਹ ਬਣ ਗਈ ਕਿ ਜਿਹੜਾ ਹੈਗਾ ਬੈਕ ਪੇਨ ਸ਼ੁਰੂ ਹੋ ਗਈ, ਲੱਕ ਮਾੜਾ ਜਿਹਾ ਹਿੱਲਿਆ ਵੀ ਇੰਨੀ ਪੀੜ ਕਰਦਾ, ਕਹਿੰਦਾ ਬਸ ਉਸ ਤੋਂ ਬੰਦਾ ਮਰ ਜਾਏ ਤੇ ਹਾਲਤ ਹੈ। ਇਸ ਕਿਸਮ ਦੀ ਜਿਹੜੀ ਹਾਲਤ ਹੈ, ਉਹ ਸਾਰੇ ਸਦਕਾ ਜਿੱਥੇ ਯੂਨੀਵਰਸਿਟੀ ਵਿੱਚ ਹੀ ਉਹਨਾਂ ਦੇ ਰੈਜ਼ੀਡੈਂਟ ਏਰੀਆ 'ਚ ਰਹਿ ਰਿਹਾ ਸੀਗਾ, ਉਹਨਾਂ ਨੇ ਸਾਰਾ ਦੇਖਿਆ। ਅਖੀਰ ਉਹਨਾਂ ਨੇ ਟਿਕਟ ਕਰਾ ਦਿੱਤੀ ਵੀ ਭਾਈ ਤੂੰ ਜਾ, ਤੇਰੀ ਤਬੀਅਤ ਠੀਕ ਨਹੀਂ ਹੈ, ਜਦੋਂ ਠੀਕ ਹੋ ਜਾਏਗਾ ਦੁਬਾਰਾ ਯੂ ਕੈਨ ਐਕਚੁਅਲੀ ਪ੍ਰੋਸੀਡ ਯੂਰ ਪ੍ਰੋਗਰਾਮ। ਇਹ ਮੇਰੀ ਸਟੋਰੀ ਹੈ। ਖੈਰ, ਕਹਿੰਦਾ ਉਹ ਜਦੋਂ ਆਇਆ ਤੇ ਵੀਲ ਚੇਅਰ ਤੋਂ ਕਾਰ ਵਿੱਚ ਬਹਿਣ ਲਈ ਤਿਆਰ ਨਹੀਂ। ਉਹ ਕਹਿੰਦਾ ਮੈਂ ਵੀਲ ਚੇਅਰ 'ਚ ਹੀ ਬੈਠਾ ਰਹਾਂਗਾ ਏਅਰਪੋਰਟ 'ਤੇ, ਮਾੜਾ ਜਿਹਾ ਮੂਵ ਕਰਨਾ ਮੇਰੀਆਂ ਤੇ ਚਾਂਗਾਂ ਨਿਕਲਦੀਆਂ, ਪੇਨ ਬਹੁਤ ਹੁੰਦੀ ਆ। ਮੈਂ ਕਿਹਾ ਵੀ ਏਅਰਪੋਰਟ 'ਤੇ ਕਿਵੇਂ ਬੈਠਾ ਰਹੇਗਾ ਤੂੰ, ਬੜਾ ਹਾਰਡ ਆ। ਆਖਰਕਾਰ ਕਿਸੇ ਤਰੀਕੇ ਦੇ ਨਾਲ ਥੋੜ੍ਹੀ ਬਹੁਤੀ ਹੈਲਪ ਕੀਤੀ, ਉਹਦੇ ਨੂੰ ਕਾਰ ਵਿੱਚ ਬਿਠਾਇਆ। ਬੜਾ ਕਹਿੰਦੇ ਉਹਨੇ ਲੇਰਾਂ ਪਾਈਆਂ, ਬੜੀ ਤਕਲੀਫ ਦੇ ਵਿੱਚ ਮੈਨੂੰ ਵੀ ਲੱਗਾ। ਖੈਰ, ਉਹ ਘਰ ਗਏ, ਤੇ ਹੁਣ ਘਰ ਜਾ ਕੇ ਹੋਰ ਮੁਸ਼ਕਿਲ ਬਣ ਗਈ ਵੀ ਇਹਨੂੰ ਹੁਣ ਗੱਡੀ ਦੇ ਵਿੱਚੋਂ ਅੰਦਰ ਕਿਵੇਂ ਲੈ ਕੇ ਜਾਵਾਂ। ਖੈਰ, ਕਹਿੰਦੇ ਉਹ ਘਰ ਕਿਹੜਾ ਵੀਲ ਚੇਅਰ ਹੁੰਦੀ, ਆਫਿਸ ਜਿਹੜੀ ਅਸੀਂ ਯੂਜ਼ ਕਰਦੇ ਹਾਂ, ਛੋਟੇ ਵੀਲਸ ਵਾਲੀ ਚੇਅਰ
अपनी जिहड़ा है कंप्यूटर वगैरह वास्ते। कहंदा मैं ऑफिस चेयर वो लैके आया, बड़ी मुश्किल नाल बिठाया, रेड़ के अंदर लैके आया, समहाओ ग्राउंड लैवल ते उन्हां दा मकान है। खैर कहते उत्थे जाके कहे मैं इस चेयर तो नहीं उठना। मैं क्या तू, कहता नहीं नहीं बस मैं ठीक है, मेरी लत्तां लंबियां करने वास्ते स्टूल लिया दो, उन्होंने मैं पानी पीन लई देवां। कहता नहीं पानी नहीं पीना, मैं खाना कुछ नहीं, कोई मैनूं वाशरूम जाना पेगा, मेरे तो मतलब यह। कहते मैं देखा भी हद हो गई। खैर किसी तरीके नाल 8-10 घंटे निकले, मैं उन्होंने समय नाल फिर दोबारा उस तकलीफ विच ही बिठा के गड्डी च वापस लैके आया। जो लैके आया उत्थे तो दी व्हील चेयर की रिक्वेस्ट जी है अगे नहीं सी पाई गई। हुण उत्थे वो बोर्डिंग करने च दिक्कत आ गई, वो कहिंदे भी रिक्वेस्ट नहीं है। खैर करद्या करद्या लम्मा चौड़ा सारा पसारा पिया। वो कहिंदे नहीं जी इन्हूं व्हील चेयर दित्ती नहीं जा सकती, क्योंकि रस्ते च फिर दोबारा एक होर स्टे है जिथे इनू स्टेयर्स जिहड़ियां ने चढ़नियां पैणियां ने। तो हुण ये गल है कि हुण स्टेयर्स इत्थे चढ़ के विखाएगा सानूं तां असीं इहनूं बोर्डिंग पास देवांगे। कहंदे उहदे कोल वीज़ा भी नहीं, ट्रांजिट वीज़ा भी उहदे कुछ घंटे तक खत्म हो जाना है, टिकट भी वो है, उहदे कोल मनी भी नहीं। अजीब हालत। कहते मैं तो मतलब मैं क्या कीता की जाए। खैर वो कहते गल ये हुई कि फिर वो जो मैं एयरलाइन वाले नाल काफ़ी ज़्यादा बैक एंड फोर साडी बहस हुई, उन्हें अखीर दे विच अपने मैनेजर तो एक छोटा जिहा लैटर लिख के देता। लैटर ये सीगा कि सानू इहदे मैडिकली फिट होने का ट्रैवल करने वास्ते सर्टिफिकेट चाहिए। हुण अपने कोलों उन्होंने ला दिता भी तुसीं पहलां ये लैके आओ। फिर खैर कहते उत्थे आम करके PCR की तरह उत्थे कुछ साडे मैडिकल ऑफिसर फस्ट एड देने वास्ते तुरे फिरदे ने। मैं उन्होंने पूछया तो वो कहंदा कि मैं इनू चैकअप करके उस तरीके नाल जिहड़ा हैगा सर्टिफिकेट दे देना हुणे ही, तो ये चल जाएगा। कहता भी थैंक यू, कुलीग कई बार हैल्प कर देंदे, पर उहदे लई मेरी भी शर्त है। मेरी शर्त ये है भी एटलीस्ट ये थोड़ा बहुता जिहड़ा हैगा आ मैनू एहसास दवा दे कि प्लेन ते ट्रैवल कर सकदा। खैर उहदी कुछ मैडिकल उहदे कोल रिकॉर्ड सीगा, वो दिखाया, कुछ होर गल्लां बातां उहने कीतियां, तो करद्या करद्या प्रॉब्लम उहदी कहंदे डायगनोस कर ली। वो कहंदा जी इहदी एक नर्व पंच होई है जिहड़ा खास करके साडे रीढ़ की हड्डी हुंदी उहदे विच दरमियान मणकियां दे, वो जो माड़े जे मणके हिलदे ने तो वो बहुत ज़्यादा बड़ी किलिंग पेन आ, बंदे दे मर जाण वर्गी पेन है, बिल्कुल जान निकलने वाली। तो वो चाहे तो हुण भी ठीक हो सकता है, ये चाहे तो सारी उम्र ठीक ना होए, मतलब बीइंग जिवें पैरालाइज हो जाता बंदा, इहो जी हालत च ही है। ये इहदे ते डिपेंड करता है। वो कहंदे वो किदां, कहंदा गल ये है कि इसनूं कोई चीज़ हौसला दे के खड़ा कर दे तो कर दे, अदरवाइज मुश्किल है, क्योंकि पेन दे अगे ये सरेंडर कर गया। कहते जी उधरों प्लेन उड्डण की तैयारी विच है, वो जिहड़ा हैगा अपना काउंटर बोर्ड जिहड़ा काउंटर बंद कर रहे हैं। इधरों ये बंदा मैनूं ये कह रहा सर्टिफिकेट मेरे कोल आ, मैं उन्होंने कह रहा, वो कहंदा मैनूं तो तू बिल्कुल भी हिलन लई भी ना कह। अखीर मैं बड़ी मतलब प्ली की रिक्वेस्ट की एयरलाइन वाले ने, मैं क्या की कर रहे हो, मैं सम हाओ मैं तो इत्थे वलंटियर वर्क कर रहा, तुसीं मैनूं भी जैपडाइज कर रहे हो विच इस रूप दे मैनूं भी तुसीं जिहड़ा है लिंबो च रखिया है, तो बच्चे लड़का की करेगा। वो कहंदे जी गल मुकदी ये है कि असीं तेरी गल मान लैंदे, सर्टिफिकेट भी मान लिया, सारा कुछ हुणे इहनूं व्हील चेयर भी दे देंगे, पर सानूं एटलीस्ट इत्थों उठ के 10 कदम तुर के विखाए, ताकि सानूं गारंटी हो जाए कि उत्थों स्टेयर्स तो उतर जाएगा जिस रस्ते च स्टे हैगा। कहते जी मेरे को हुण कोई चॉइस नहीं गई। मैं वो लड़के के कोल गया तो मैं उन्होंने क्या, मैं क्या भी मेरी गल सुन, हू इज़ योर हीरो। कहंदा भी आई एम हीरो फॉर माई सैल्फ। कहंदे मैं 2-4 बहुत स्ट्रोंग वर्ड गए जिन्हों कह लो कि जिवें असीं किसी नूं सवेर करदे हैगे। फिर मैं उन्होंने क्या, मैं तैनूं पता है तू पग बन्नी है सिर ते, साडा हीरो कौन है? साडा हीरो है बाबा दीप सिंह, साडा हीरो है भाई मनी सिंह, साडा हीरो है जिहड़ा बंद कट गया तो परवाह नहीं की जिन्हें, साडा हीरो है जिहदा जंबूरियां नाल मांस खिंचिया गया तो उन्हें परवाह नहीं की। कहंदा जी मैं बहुत उच्ची आवाज़ च बोल रहा, आले दुआले मैनूं नहीं पता, आले दुआले वाले सारे वो भी देख रहे हैं, मैं इस तरह बोल रहा तो अखीर पता नहीं की लड़के दे दिमाग च आया, उच्ची उच्ची मेरी आवाज़ सुन के सारी दोनों उन्हें व्हील चेयर दे एवं जिहड़े इस तरीके नाल आर्म्स फड़ियां ने, पूरी जोर लेर मार के उठ के खड़ा हो गया।
खड़ा होके ते तुरन लग गया। कहते मीनवाइल जिहड़े स्टाफ आ ब्रिटिश एयरवेज का वह भी खड़ा होया ऑफिस तो, वो ताड़ियां मारन लग गया भी कमाल हो गई। असीं वेख रहे हैं पिछले 6-7 घंटे की स्ट्रगल इत्थे चल रही, ये लड़का मूव नहीं कर रहा समहाउ। खैर उस समय जिहड़ा फस्ट एड प्रोवाइड करने वाला मैडिकल ऑफिसर है वो कहंदा भी अमरीक आई डोंट नो वट एवर यू आर सेइंग, जस्ट कीप ऑन सेइंग इट्स मेकिंग सम सॉर्ट ऑफ और क्रिएटिंग सम सॉर्ट ऑफ मैजिक हेयर, आई एम विटनेसिंग वन ऑफ मिराकलस थिंग इन माई लाइफ, प्लीज कीप ऑन। वो मुंडा कहंदा उतरी गया। खैर मैं कहता वॉज फुल विद टीयर्स भी मैं मतलब सब कुछ देख रहा, मैं शहीदों का जिक्र किया है, मैं विरासत का जिक्र किया, लड़के को किदां गल पंच कर गई है, किस रूप में पिंच कर गई, की होया बात है। खैर वो लड़का वॉक करके राइट वे जी ब्रिटिश एयरवेज वाली लड़की हुई लैके आ गई, व्हील चेयर लैके आ गई, कहती बैठ तेन हुणे। वो कहता भी नहीं हुण मैं उठिया वा, मैं अजे व्हील चेयर पर नहीं बैठांगा। पहला कहता मैं वीर जी मैं तुहाडा थैंक्स करदा, थोड़ चार गल्लां होईयां, कहंदा कि नहीं गो टू वाशरूम यूज़ कर ली, चला गया। कहंदा वापस आया तो उसनों फिर क्या साडे फस्ट एड वाले भी कोई गल नहीं, तू हुण समझ गया गल, हुण व्हील चेयर यूज़ कर लै। तो जिहड़ी मैं मौलिक रूप में बात कर रहा बंधन, ये किसी ने बाहर नहीं पाए सानू, ये साडे अंदर ही बंधन पए ने। सब तो वड्डा बंधन साडे अपने मन दा आ। मैं आलस की गल कीती है, मैं अपने अंदर पे हुए एक डिनायल की गल कर रहा, किसी चीज़ को डिनाई करी जाना नो आई कैन नॉट डू इट, इट्स नॉट पॉसीबल, इट्स नॉट बी एक्चुअली आई एम नॉट एबल टू डू इट। आ जिहड़ा रूप आ ते बाणी कह रही ਉਹਦੀ किरपा है, एहसास ते कर। जिन्हां ने इहनूं माणिया, जिन्हां ने इहनूं एहसासिया, जिन्हां ने इहनूं जीविया, उन्हां भी सानूं प्रेरिया तुसीं कर सकदे हो। इत्थे गुरु अर्जन साहब बयान कर रहे हैं, तुमरी किरपा ते छूटी है। जे तेरे मन मंडल दे ओहदा तसव्वुर है, तेरा छुटकारा हो सकता है। तो सब तो वड्डी चीज़ है बिनसै अहमेव, अहमेव हौमै नच रही है दुनिया च इंतहा दे रूप दे विच। अहमेव कौन है जिहड़ा हौमै दा शिकार नहीं हैगा। घरां दे झगड़े, मुफाद, डोमैसटिक एनवायरनमेंट, सब कुछ सब कासे दे हंकार ही हंकार है। बस इस हंकार तो ना मुक्ति होए, ना बंदा कलेश तो बाहर आके सुख का मूँह वेखे। तो मौलिक रूप दे विच जे जीवन का असी मुलांकन करिए ना, तो मनुख परिवारक जीवन दे विच ये आम करके कह देगा भी कोई हाल नहीं गा जी, बस दुख ही दुख है जी, सब तकलीफ ही तकलीफ है सारी। भाई ये दुख तकलीफ ना तो हर लैवल ते बंदे नूं फिजिकल लैवल ते कोई चैलेंजिस हैगे ने। अज दे संसार दे विच ते साडे कोल सरमाएदारी दे भी कोई मतलब कमी नहीं रह गई, रिसोर्सिस की जिन्हां मुल्कां च असीं बैठे हां, कंफर्ट ते अपने थ्रैशहोल्ड नूं टच कर रहा। हर लैवल का कंफर्ट मौजूद है एंड एक ऑर्डीनरी बंदे वास्ते मौजूद है। वो जो चाहे वो वास्ते एक्सेस मौजूद किए गए हर तरह के। फिर भी जे बंदा मतलब डिप्रैशन जा रहा है, फिर भी बंदा जे पैर पैर के उत्ते एंटी डिप्रैशन मैडिसिनस खा रहा सब चीज़ां, तो फिर तो कुछ ना कुछ सोचना पएगा ना। सारे दे पिछे वेखोगे तो ये मन की दुनिया के वलवले तो वो अहंग हंकार का मारिया होया बंदा उस प्यार नूं, खलूस नूं, मुहब्बत नूं, स्नेह नूं घरां दे विच वो जिहड़ा सारी अपनत का रूप आ उन्होंने मान नहीं पा रहा, उन्होंने जी नहीं पा रहा, उन्होंने एहसास नहीं पा रहा। खैर जे बहुत सारिया चीज़ों की बात की जाए तो जे मैं जो हुण एग्जाम्पल की है, एक होर मेरे इत्थे बड़े प्यारे वीर है न्यूयॉर्क के विच काइंड ऑफ कह लो भी बड़ा सोशली हैल्पर बंदा हैगा, तो बड़ा मददगार आ। तो वो दिल्ली तो इत्थे अपनी कोई ट्रैवल एजेंसी चलाते रहो, तो कितने उन्होंने नेबर विच कोई इत्थे लड़का आया, भैन भरा आए दोवें पट्ठे पढ़न वास्ते, तो दोनों का आपस में कोई मुफाद हो गया भैन भरावां का। तो मुफाद होने करके दोनों दे विच ते काफ़ी ज़्यादा मतलब हालात बिगड़ गए। अखीर भरा ने मन बना लिया कि मैं तो वापस चले जाना। उन्हें कितने माँ को क्या होना पिछे मैं आ रहा वापस, माँ ने और बेचारे कुछ पता नहीं लगा। उन्हें समहाओ उन्होंने नाल गलबात हुई वो, तो वो कहता जी कोई ना मैं गलबात करता वो नाल।
तो कहता जो मैं उस लड़के नाल गलबात की तो वह रोन लग गया। मैं उन्हें अपने कोल बुलाया, ਉਹਦੀਆਂ कुछ शिकायतां ਸੀਗੀਆਂ अपने परिवार बारे, अपनी सिस्टर बारे, होर चीज़ां बारे, वो मैं सारियां सुनिया। सुना के तो मैं क्या भी गल है भी तू किन्ने प्यार नाल, किन्ने रो के, किन्ने तू किन्ना फिक्र करदा है, ये सारा कुछ मैनू बयान करदा है, क्यों नहीं तू सिस्टर नाल गल कर लेंदा? कहता बिल्कुल भी नहीं, हो ही नहीं सकता, मैं क्यों गल करां उहदे नाल? मैं कहते उस वक्त देखा भी इस प्यार, इस खलूस, इस मुहब्बत नू एक छोटी जी कंध रोक के बैठी है, वो है अहंकार। इनू किवें तोड़िया जाए? कहते मैं उन्हें कुछ फिर एग्जाम्पल्स दित्तियां, जिवें मैं हुणे बात की है गुरु साहब दियां, हलीमी दियां, निमरता दियां, दूजियां दे भले विचों अपने भले नू लभना, सरबत दे भले दे संकल्प दियां। वो कहते फिर वो मन्निया, कहते चलो ठीक आ, मैं गल कर लवांगा, बट मैं तुसीं उहनूं फोन करके कहो मैनूं फोन कर लवे। वो कहंदा गल मुकदी ये है, फोन मैं कर देना तो मेरे फोन ते तू गल कर लै। वो कहते मैं उहदा फोन मिलाया तो उन्हें फोन चक्या, तो जो दूजे पासे गल हुई तो वो कहंदी भी मैं तैनूं लभ रही हाँ, मैं तो कल दे पागलों तरह तो मैनूं बिना दस्से जिहड़ा हैगा होस्टल चों चला गया। हाँ मैं एयरपोर्ट, मैं तो इत्थे फ्लाइटां देख रही भी कि उन्हें फ्लाइट तो नहीं लै ली सारा कुछ। वो कहता मैं उन्होंने क्या मैं होया हो रहा, दो पल लगे, कहता उधरों वो रो रही, उधरों रो रहा, कहता मैं दोनों नूं देख रहा भी आ की हो रहा। अहंगमेव कहण नूं कुछ भी नहीं, पर सच ये है बंदे दे दिमाग दे विच एक ऐसी चीज़ है, एक ऐसा बबल जिहड़ा ये कह रहा है कि नहीं 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 मैं स्वीकार नहीं सकता किसी की होंद, अपनी होंद के सामने मैं किसी की गल नूं किसी रूप दे विच रिस्पैक्ट नहीं दे सकता, किसी के ओपीनियन नूं। क्यों? क्योंकि अहंगमेव मेरा, तो ये सारे दे विचों भी बंदा छुट सकता है। ये कोई बहुत वड्डी चीज़ नहीं है। रिश्तियां दा खलूस, अपनत, आला दुआला कुछ भी तो नहीं बंदा मान पा रहा, ड्यू टू वन रीजन। महाराज बयान करते कहते देख ये भी उसकी कृपा है, तुमरी कृपा ते छूटी है बिन से अहमेव, सर्व कला समर्थ प्रभ पूरे गुरुदेव। अरदास करया कर, हे काल पुरख वाहिगुरु तू सर्व कला समर्थ, तू की नहीं कर सकता। तो की नहीं कर सकता मतलब यह है तू चाहे तो मेरे मन में, पहले बात की जे ये थॉट मेरा मन कितने रिसीव कर लेते, मेरा रिसैप्टर जिहड़ा इस लैवल ते अंगेज हो जाए इस हायर थॉट के नाल, तो यह भी तेरा तरस ही है। तो ये बाबत हालांकि अजे साइंटिफिक साइड तो यहो जी चीज़ां हो सकता है इन फ्यूचर कुछ स्टडी आ जाण, कुछ रूप किसी रूप में आ जाण, पर आप जो गुरुद्वारा साहब आने आ एक तरह के नाल साडा गोडे टेकना, थले हथ रखना, मत्था इस तरीके रखना एक कंप्लीट गैस्चर है अपने आप को समर्पण होने का, डेडिकेट होने का। उहदे विच भी ये कि मालका मेरे ते तरस कर दी, मैं तेरे अगे झुक गया, लिफ गया, निम गया इस रूप दे विच। ते इत्थे साहब कहते हाँ मालक सर्व कला समर्थ प्रभ पूरे गुरुदेव, मैं तुझ पूरे दी सेवा च आया, मैं तुझ पूरे दी शरण विच आया, मेरे उत्ते तरस कर हे गुरु, हे गुरुदेव। रहाओ दा बंद शुरुआती पता लै लें, कीता लोड़ें सो करें तुझ बिन कछ ना है, कीता लोड़ें सो करें, बाकी जो तू करना चाहे मालक तू कर सकता है, तेरे तो बिना होर कौन करने वाला समर्थ है धरती दे उत्ते। हुणे भी है रब दी जिहड़ी आभा आ बंदे दे सुरत विचों निकलती है, सुरत विचों वापरती है, तो ये पिछे चीज़ करती कम प्रेरणा। हुण कोई भी चीज़ जिवें दो गल्लां इंसीडेंट कीते, प्रेरणा ही है, अंदर ही पिया सब कुछ, बाहरों तो कोई फोर्स नहीं आई, अंदर ही प्रेरणा आई, एक प्रेरणा ने जिहड़ा है बदल दिता। क्या मालक कीता लोड़ें सो करें, जे तू चाहे तू करवा भी सकदा, कर भी सकदा है, तुझ बिन कछ ना है, तेरे तो बिना होर कुछ कोई होर शक्ति नहीं काम करती। इत्थे लोगों ने तवीत तागे बहुत सारे जंतर मंत्र बहुत सारिया चीज़ों नाल अपने आप ने एसोसीएट किया, पर बाणी कहती एंड ऑफ द डे आखिरकार उहदा एक प्रताप ही है। अगली लाइन है प्रताप तुम्हारा देख कर जमदूत छड़ जा है, जमदूत मरना तो सब ने आखिरकार विदायगी तो होनी है, तत्तां च तत्त वलीन होंदे ने, करतारी कुदरत का नियम आ, पर बंदा अणियाई मौते तो ना मरे। अणियाई मौत का मतलब ये कि जिवें सपोज करो बंदे ने
ਜੀਵਨ ਨੂੰ ਸਾਂਭਿਆ ਹੀ ਨਹੀਂ, ਸੰਭਾਲਿਆ ਹੀ ਨਹੀਂ, ਉਸ ਲੈਵਲ 'ਤੇ ਅਹਿਸਾਸਿਆ ਹੀ ਨਹੀਂ। ਈਵਨ ਅੱਜ ਹੀ ਮੈਂ CBC ਦਾ ਇੱਕ ਬੜਾ ਉਮਦਾ ਪ੍ਰੋਗਰਾਮ ਹੁੰਦਾ ਹੈ, ਵਾਈਟ ਕੋਟ ਬਲੈਕ ਆਰਟ। I actually try to listen those kind of programs। बड़े डॉक्यूमेंट्री टाइप ऑफ प्रोग्राम्स करते हैं, बड़ी मेहनत करके, इन्वेस्टमेंट बड़ी इन्वेस्टिगेशन वगैरह करके। खैर च बहुत सारिया गल्लां हो रही सी। जिहड़ा साडा ड्यू टू पैंडैमिक मैडिकल सिस्टम के उत्ते बड़ा वड्डा एक बोझ पिया है, उहदी गल हो रही सी। उहदे नाल नाल जिहड़ी पेशेंट सफरिंग है उहदी भी गल हो रही सी। ਉਹਦੇ 'ਚ ਜਿਵੇਂ ਸਭ ਸਰਜਰੀ ਜਿਹੜੀਆਂ ਨੇ, ਜਿਹੜੀਆਂ ਨਾਨ ਅਸੈਂਸ਼ੀਅਲ ਸੀਗੀਆਂ, ਪੋਸਟਪੋਨ ਕਰ ਦਿੱਤੀਆਂ ਗਈਆਂ। ਜਿੰਨੇ ਨੂੰ ਅਸੈਂਸ਼ੀਅਲ ਹੋਈਆਂ ਉਨੀ ਦੇਰ ਤੱਕ ਬੰਦੇ ਦੀ ਹੈਲਥ ਜਿਹੜੀ ਹੈ ਉਹ ਇਸ ਕਾਬਲ ਨਹੀਂ ਕਿ ਉਹਦੇ 'ਚੋਂ ਬਾਹਰ ਆ ਸਕੇ ਜਾਂ ਉਹ ਸਰਵਾਈਵ ਕਰ ਸਕੇ। ਇਹ ਸਾਰੇ ਦੇ ਉੱਤੇ ਗੱਲਬਾਤ ਹੋ ਰਹੀ। ਖੈਰ ਉਹ ਕਾਫੀ ਚੀਜ਼ਾਂ ਡਿਸਕਸ਼ਨ ਹੋਈ, ਪਰ ਉਹਨੇ ਅਖੀਰ ਤੇ ਇੱਕ ਬਾਤ ਕਹੀ। ਉਹ ਕਹਿੰਦਾ ਹੈ ਕਿ ਤੂੰ ਕੁਝ ਚੀਜ਼ਾਂ ਉਹ ਵੀ ਦੇਖੀਆਂ ਹੋਣਗੀਆਂ ਜਿਹਦੇ 'ਚ ਇਹ ਸਭ ਹੋਣ ਦੇ ਬਾਵਜੂਦ ਵੀ ਕੁਝ ਪੇਸ਼ੈਂਟਸ ਨੇ ਮਤਲਬ ਉਹਨਾਂ ਤੋਂ ਤੁਸੀਂ ਮੈਡੀਕਲ ਹੈਲਥ ਪ੍ਰੋਵਾਈਡ ਕਰਕੇ ਖੁਸ਼ੀ ਮਹਿਸੂਸ ਕੀਤੀ ਹੋਏ। ਕਹਿੰਦੇ ਹਾਂ, ਪਰ ਉਹਦੇ 'ਚ ਕਹਿੰਦਾ ਇੱਕ ਚੀਜ਼ ਮੈਂ ਦੱਸਾਂਗਾ, ਵਿਲ ਪਾਵਰ ਬੜੀ ਵੱਡੀ ਚੀਜ਼ ਹੈ, ਸ਼ਕਤੀ। ਜਿਹਨੇ ਇਹ ਅੰਦਰ ਠਾਣ ਲਿਆ ਨਾ ਕਿ ਗੱਲ ਕੀ ਹੈ ਬਿਮਾਰੀ, ਪਰ ਮੈਂ ਇਹਨੂੰ ਪਛਾੜ ਸਕਦਾ, ਪਛਾੜ ਗਿਆ। ਜਿਹਦੇ ਅੰਦਰ ਇਹ ਚੀਜ਼ ਨਹੀਂ ਹੈਗੀ, ਕਹਿੰਦਾ ਉਹ ਉਸ ਨੂੰ ਫਿਰ ਬਹੁਤ ਮੁਸ਼ਕਿਲ, ਨਾਮੁਮਕਿਨ ਵਰਗਾ ਹੀ ਹੋ ਗਿਆ। ਮੌਲਿਕ ਗੱਲ ਇਹ ਜਿਹੜੀ ਮਹਾਰਾਜ ਨੇ ਬਿਆਨ ਕੀਤਾ ਇਹਦੇ ਵਿੱਚ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਅਹਿਸਾਸ ਪ੍ਰਤਾਪ ਤੁਮਹਾਰਾ ਦੇਖ ਕੇ ਜਮਦੂਤ ਛੱਡ ਜਾਏ, ਫਿਰ ਉਹਦੇ ਤੋਂ ਵੀ ਬੰਦੇ ਨੂੰ ਜਿਹੜਾ ਹੈਗਾ ਛੁਟਕਾਰਾ ਹੋ ਸਕਦਾ, ਬੰਦਾ ਉੱਥੇ ਵੀ ਜੇਤੂ ਹੋ ਸਕਦਾ ਆ। ਅਗਲੇ ਬਚਨ ਨੇ ਖੋਜਤ ਖੋਜਤ ਖੋਜਿਆ ਨਾ ਮੈਂ ਬਿਨ ਕੂਰ। ਬਾਕੀ ਲੱਭਣ ਵਾਲਿਆਂ ਨੇ ਲੱਭਦਿਆਂ ਲੱਭਦਿਆਂ ਮਨੁੱਖ ਦੇ ਮਨ ਦਾ ਇਹ ਦਾਰੂ ਲੱਭਿਆ ਆ ਕਿ ਇਹਦੇ ਤੋਂ ਬਿਨਾਂ ਸਭ ਕੂੜ ਹੈ। ਜੇ ਮਨ ਦੀ ਦੁਨੀਆ ਦਾ ਸੁਧਾਰ ਕਿਤੇ ਹੋਣਾ ਹੈ ਤੇ ਉਹ ਨਾਮ ਦੇ ਜ਼ਰੀਏ ਹੋਣਾ ਹੈ। ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ। ਬਾਕੀ ਪ੍ਰਭੂ ਮਨਸਾਵਾਂ ਦੀ ਪੂਰਤੀ ਕਰਨ ਵਾਲਾ ਤੇ ਜੀਵਨ ਦਾ ਮਹਾ ਸੁਖ ਬਖਸ਼ਣ ਵਾਲਾ ਹੈ, ਤੇ ਇਹ ਸਤਸੰਗਤ ਦੇ ਜ਼ਰੀਏ ਸਾਡੇ ਜੀਵਨ 'ਚ ਵਾਪਰਦਾ ਆ। ਜਿਤ ਜਿਤ ਲਾਵੋ ਤਿਤ ਤਿਤ ਲਗ ਹੈ, ਸਿਆਣਪ ਸਭ ਜਾਲੀ। ਬੰਦੇ ਦੀਆਂ ਸਿਆਣਪਾਂ ਸਰਕਮਸਟੈਂਸਸ ਦੇ ਸਾਹਮਣੇ, ਹਾਲਾਤਾਂ ਦੇ ਸਾਹਮਣੇ ਸੜ ਜਾਂਦੀਆਂ ਨੇ। ਜਿਵੇਂ ਹਾਲਾਤ ਬਣਦੇ ਨੇ ਬੰਦਾ ਉਸੇ ਪਾਸੇ ਨੂੰ ਤੁਰਿਆ ਜਾਂਦਾ। ਇੱਥੇ ਸਾਰੀ ਮੰਗ ਵੀ ਅਰਦਾਸ ਦੀ ਹੈ। ਹਾਲਾਤ ਇਹੋ ਜਿਹੇ ਬਣੇ, ਬਚਨ ਬਣਦਾ ਸੇ ਸੰਜੋਗ ਕਰੋ ਮੇਰੇ ਪਿਆਰੇ, ਮਾਲਕ ਉਹੋ ਜਿਹੇ ਸੰਜੋਗ ਬਣਾ ਦੇ ਜਿਤ ਰਸਨਾ ਹਰ ਨਾਮ ਉਚਾਰੇ, ਜਿਹਦੇ 'ਚ ਮੈਂ ਤੇਰਾ ਸ਼ੁਕਰ ਸ਼ੁਕਰ ਕਰਦਾ ਲਗਾ ਜਾਵਾਂ, ਸ਼ਿਕਾਇਤਾਂ ਕਰਦਿਆਂ ਨਾ ਜਾਵਾਂ। ਤੇ ਸ਼ਿਕਾਇਤਾਂ ਉਦੋਂ ਹੀ ਹੁੰਦੀਆਂ ਨੇ ਜਦੋਂ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ ਆ ਉਹ ਮੈਨੂੰ ਗਵਾਰਾ ਨਹੀਂਗਾ, ਮੈਨੂੰ ਠੀਕ ਨਹੀਂ ਜਾਪ ਰਿਹਾ। ਮਾਲਕ ਮੇਰੀ ਤੇਰੇ ਅੱਗੇ ਅਰਦਾਸ ਆ, ਮੈਂ ਮਾਹੌਲ ਨਹੀਂ ਬਣਾ ਸਕਦਾ, ਤੂੰ ਹੀ ਬਣਾ ਸਕਣਾ। ਇਸ ਕਰਕੇ ਬਚਨ ਆਇਆ ਜਿਤ ਜਿਤ ਲਾਵੋ ਤਿਤ ਤਿਤ ਲਗੈ, ਸਿਆਣਪ ਸਭ ਜਾਲੀ। ਜਦ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ। ਹੇ ਮੇਰੇ ਦੀਨਾਂ ਤੇ ਤਰਸ ਕਰਨ ਵਾਲੇ ਵਾਹਿਗੁਰੂ ਜੀ, ਤੂੰ ਚਾਹੇ ਤੇ ਜਦ ਕਤ ਤੁਮ ਭਰਪੂਰ, ਜਿੱਥੇ ਕਿਥੇ ਤੂੰ ਹੀ ਭਰਪੂਰ ਹੈ, ਤੇਰੇ ਨਾਲ ਹੀ ਸਭ ਇਹ ਸਭ ਕੁਝ ਚੱਲਦਾ ਹੈ। ਬਿਲਕੁਲ ਅੰਤਰੀਆਂ ਲਾਈਨਾਂ ਨੇ, ਸਭ ਕੁਛ ਤੁਮ ਤੇ ਮੰਗਣਾ ਵਡ ਭਾਗੀ ਪਾਏ। ਬਾਕੀ ਅਸੀਂ ਤੇ ਮੰਗਤੇ ਹਾਂ, ਅਸੀਂ ਤੇ ਮੰਗ ਰਹੇ ਹਾਂ, ਸਭ ਕੁਛ ਤੇਰੇ ਤੋਂ ਹੀ ਮੰਗਦਾ, ਸਭ ਕੋਈ ਤੇਰੇ ਤੋਂ ਮੰਗਦਾ, ਅਸੀਂ ਵੀ ਮੰਗਦੇ ਹਾਂ। ਸਭ ਕੁਛ ਤੁਮ ਤੇ ਮੰਗਣਾ ਵਡ ਭਾਗੀ ਪਾਏ। ਪਰ ਜਿਨ੍ਹਾਂ ਨੂੰ ਤੂੰ ਵੱਡੇ ਭਾਗਾਂ ਵਾਲੇ ਬਣਾ ਦੇਣਾ, ਉਹਨਾਂ ਦੀ ਝੋਲੀ ਵਿੱਚ, ਉਹਨਾਂ ਦੇ ਦਾਮਨ 'ਚ ਚੀਜ਼ ਪਾ ਵੀ ਦੇਣਾ। ਨਾਨਕ ਕੀ ਅਰਦਾਸ ਪ੍ਰਭ ਜੀਵਾਂ ਗੁਣ ਗਾਏ। ਹੇ ਨਾਨਕ ਅਰਦਾਸ ਕਰ ਮੇਰੇ ਜੀਵਨ ਦਾ ਅਲਟੀਮੇਟ ਗੋਲ ਗੁਣ ਗਾਇਨ ਕਰਨਾ ਹੋ ਜਾਏ, ਤੇਰੀ ਤਾਰੀਫ, ਤੇਰੀ ਸਤੁਤੀ, ਤੇਰੀ ਬੰਦਗੀ, ਤੇਰੀ ਭਗਤੀ ਹੋ ਜਾਏ, ਕਿਉਂਕਿ ਇਹਦੇ ਸਦਕਾ ਹੀ ਮੇਰੇ ਜੀਵਨ ਵਿੱਚ ਕੁਝ ਤਬਦੀਲੀ ਆ ਸਕਦੀ ਹੈ। ਮੇਰੇ ਜੀਵਨ 'ਚ ਔਗਣਾਂ ਦਾ ਸੰਤਾਪ ਘਟ ਸਕਦਾ ਹੈ। ਮੇਰੇ ਜੀਵਨ ਦੇ 'ਚ ਖਾਮੀਆਂ ਤੇ ਖਾਸ ਕਰਕੇ ਅਹੰਗ ਮੇਵ, ਉਹਦੇ ਤੋਂ ਮੈਂ ਮੁਕਤੀ ਪ੍ਰਾਪਤ ਕਰ ਸਕਦਾ ਹਾਂ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆ 'ਚੋਂ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਸ਼ਹੀਦੀ ਪਖਵਾੜਾ ਸਾਡੇ ਸਾਹਮਣੇ ਹੈ। 22 ਤੋਂ 28 ਵਿਸ਼ੇਸ਼ ਦੀਵਾਨ ਸ਼ਹਾਦਤ ਪੁਰਬਾਂ ਨੂੰ ਸਮਰਪਿਤ ਹੋ ਕੇ ਲੱਗਣਗੇ। ਨਾਲ ਹੀ ਅਸੀਂ ਲਗਾਤਾਰ ਵਰੇ ਤੋਂ ਵੱਧ ਸਮਾਂ ਕਿਰਸਾਨੀ ਸੰਘਰਸ਼ ਲਈ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਗੁਰੂ ਹਜ਼ੂਰ ਕੀਤੀ। ਅਲਟੀਮੇਟਲੀ ਉਸ ਅਰਦਾਸ ਨੂੰ ਜਿਹੜਾ ਹੈਗਾ ਬੂਰ ਪਿਆ, ਤੇ ਜੋ ਉਹਨਾਂ ਦਾ ਕਿਰਸਾਨੀ ਸੰਘਰਸ਼ ਦੇ ਵਿੱਚ ਉਹਨਾਂ ਦੀ ਖਾਸ ਸੀ, ਉਸ ਖਾਸ ਦੇ ਮੁਤਾਬਕ ਉਹਨਾਂ ਨੂੰ ਰਿਜ਼ਲਟ ਮਿਲੇ, ਉਹ ਘਰਾਂ ਨੂੰ ਪਰਤੇ। ਉਸ ਵਾਸਤੇ ਮਾਲਕ ਦਾ ਧੰਨਵਾਦ ਕਰਦਿਆਂ ਹੋਇਆ ਆਉਂਦੇ ਕੱਲ੍ਹ ਗੁਰਦੁਆਰਾ ਸਾਹਿਬ ਦੇ ਨੇ ਸਮਾਗਮ ਹੋਏਗਾ, ਤਾਂ ਕਿ ਅਰਦਾਸ ਤੇ ਅਸੀਂ ਸਮਾਪਨ ਕਰ ਸਕੀਏ। ਇਸ ਰੂਪ ਦੇ 'ਚ ਹੀ ਬਾਤ ਆ। ਅੱਜ ਵਾਸਤੇ ਇੱਥੇ ਸਮਾਪਤੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।